ਅੱਜ ਦਾ ਪਾਵਨ ਸ਼ਬਦ ਦੀ ਵਿਚਾਰ ਦਾ ਮੂਲ ਪਾਠ ਆਪ ਜੀ ਨੇ ਸਤਿਕਾਰਯੋਗ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਈ ਪਾਵਨ ਪਵਿੱਤਰ ਗੁਰਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਪ੍ਰਾਰੰਭਤਾ ਹੋਈ ਹੈ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਤਪਦੇ ਹੋਏ ਹਿਰਦਿਆਂ ਨੂੰ ਠਾਰਨ ਵਾਲੀ, ਤਪਸ਼ ਦੀ ਅੱਗ ਵਿੱਚੋਂ ਕੱਢਣ ਵਾਲੀ, ਈਰਖਾ ਮਿਟਾਉਣ ਵਾਲੀ ਸੁਖਮਨੀ ਸਾਹਿਬ ਹਰ ਸਿੱਖ ਨਾਨਕ ਨਾਮ ਲੇਵਾ ਸਿੱਖ ਸੰਗਤ ਇਸ ਪਾਵਨ ਗੁਰਬਾਣੀ ਦਾ ਸਿਮਰਨ ਕਰਦੇ ਆ। ਸੁਖਮਨੀ, ਸੁਖ ਦੇਣ ਵਾਲੀ, ਵੱਖ ਵੱਖ ਵਿਦਵਾਨਾਂ ਨੇ ਅਰਥ ਕੀਤੇ ਨੇ, ਪਰ ਮਨ ਨੂੰ ਸੁਖ ਦੇਣ ਵਾਲੀ ਗੁਰਬਾਣੀ ਸੁਖਮਨੀ। ਜਿਹਦੇ ਪੜ੍ਹਿਆ ਮਨ ਦੇ ਵਿੱਚ ਇਕਾਗਰਤਾ, ਮਨ ਦੇ ਵਿੱਚੋਂ ਈਰਖਾ, ਮਨ ਦੇ ਵਿੱਚੋਂ ਦਵੈਸ਼ਤਾ, ਮਨ ਦੇ ਵਿੱਚੋਂ ਕਲੇਸ਼ ਖਤਮ ਕਰਨ ਵਾਲੀ, ਭਵ ਸਾਗਰ ਸਮੁੰਦਰ ਤੋਂ ਪਾਰ ਕਰਨ ਵਾਲੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਇਹ ਚਾਰਨ ਬਾਣੀ ਸਾਡੇ ਨਿਤਨੇਮ ਦਾ ਅੰਮ੍ਰਿਤ ਵੇਲੇ ਦਾ ਹਿੱਸਾ ਹੈ। ਜਦੋਂ ਅਸੀਂ ਮਨ ਜੋੜ ਕੇ ਇਕਾਗਰਤਾ ਦੇ ਨਾਲ ਪੜ੍ਹਦੇ ਹਾਂ ਔਰ ਹਰੇਕ ਦੇ ਮਨ ਦੀ ਇਹ ਭਾਵਨਾ ਕਿ ਅੰਮ੍ਰਿਤ ਵੇਲੇ, ਜਿਵੇਂ ਅੰਮ੍ਰਿਤ ਵੇਲੇ ਦਾ ਸੁਭਾਅ ਕਿ ਅੰਮ੍ਰਿਤ ਵੇਲੇ ਪ੍ਰਕਿਰਤੀ ਦਾ ਸ਼ਾਂਤ ਮਾਹੌਲ ਹੈ। ਵੇਖੋ ਨਾ, ਅੱਜ ਵੀ ਇਤਿਹਾਸਕ ਸਥਾਨ, ਜਿਸ ਸਥਾਨ 'ਤੇ ਅਸੀਂ ਬੈਠੇ ਹਾਂ, ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ, ਉਸ ਤੋਂ ਬਾਅਦ ਸੁਖਮਨੀ ਸਾਹਿਬ ਜੀ ਦਾ ਜਾਪ ਹੁੰਦਾ। ਉਸ ਵਕਤ ਜੇ ਅਸੀਂ ਗੁਰੂ ਘਰ ਨਹੀਂ ਪਹੁੰਚ ਸਕਦੇ ਤਾਂ ਸਾਡੇ ਅੱਜ ਲਾਈਵ ਦਾ ਜ਼ਰੀਆ ਹਰੇਕ ਘਰ ਦੇ ਵਿੱਚ ਅਸੀਂ ਆਪਣੇ ਟੀਵੀ ਅੱਗੇ ਬੈਠ ਕੇ ਵੀ ਸੁਖਮਨੀ ਸਾਹਿਬ ਜੀ ਦੇ ਜਾਪ ਸਰਵਣ ਕਰਦੇ ਹਾਂ। ਸਤਿਗੁਰੂ ਜੀ ਨੇ ਅੱਜ ਦੀ ਜੋ ਪਾਵਨ ਬਾਣੀ ਸੁਖਮਨੀ ਸਾਹਿਬ ਮਨ ਨੂੰ ਸ਼ਾਂਤੀ ਦੇਣ ਵਾਲੀ, ਮਨ ਨੂੰ ਸਕੂਨ ਦੇਣ ਵਾਲੀ, ਮਨ ਨੂੰ ਸੁੱਖ ਦੇਣ ਵਾਲੀ ਸੁਖਮਨੀ ਸਾਹਿਬ ਜੀ ਦਾ ਪਾਵਨ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਾਂਗੇ। ਗੌੜੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਇਸ ਦਾ ਉਚਾਰਨ ਕੀਤਾ ਹੈ। ਗੌੜੀ ਸੁਖਮਨੀ, ਮਹੱਲਾ ਪੰਜਵਾਂ, ਪਾਤਸ਼ਾਹ ਪੰਜਵੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਰੱਬ ਇੱਕ ਹੈ, ਅਕਾਲ ਪੁਰਖ ਪਰਮਾਤਮਾ ਦੇ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰੂ ਦੀ ਕਿਰਪਾ, ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਨਾਲ ਉਸ ਦਾ ਮਿਲਾਪ ਹੋਣਾ। ਔਰ ਜਦੋਂ ਅਸੀਂ ਕੋਈ ਵੀ ਸ਼ਬਦ ਪੜ੍ਹਦੇ ਹਾਂ, ਹਰੇਕ ਸ਼ਬਦ ਦਾ ਸੈਂਟਰਲ ਭਾਵ, ਸੈਂਟਰਲ ਆਈਡੀਆ ਰਹਾਉ ਵਾਲਾ। ਸੁਖਮਨੀ ਸਾਹਿਬ ਜੀ ਦੇ 8 ਪਦਿਆਂ ਦੀ ਇੱਕ ਅਸ਼ਟਪਦੀ ਤੇ 24 ਅਸ਼ਟਪਦੀਆਂ, ਇੱਕ ਪਦੇ ਵਿੱਚ 10 ਪੰਕਤੀਆਂ ਉਚਾਰਨ ਕੀਤੀਆਂ ਸਤਿਗੁਰੂ ਜੀ ਨੇ। 2 ਪੰਕਤੀਆਂ ਰਹਾਉ ਵਾਲੀਆਂ ਔਰ ਹਰੇਕ ਅਸ਼ਟਪਦੀ ਦਾ ਭਾਵ ਉਹਦੇ ਸਲੋਕ ਨਾਲ ਇਰਦ ਗਿਰਦ, ਉਸ ਸਲੋਕ ਨੂੰ, ਜੋ ਸਲੋਕ ਹੈ ਉਸ ਤੋਂ ਬਾਅਦ ਅਸ਼ਟਪਦੀ ਹੈ, ਸਲੋਕ ਦਾ ਕੇਂਦਰੀ ਭਾਵ ਹੈ, ਉਸ ਅਸ਼ਟਪਦੀ ਦਾ ਭਾਵ ਸਲੋਕ ਹੈ। ਸਤਿਗੁਰੂ ਕਿਰਪਾ ਕਰਦੇ ਨੇ, ਆਦ ਗੁਰ ਏ ਨਮਹਿ, ਆਦ ਨਮਹਿ ਨਮਸਕਾਰ। ਆਦ ਦਾ ਭਾਵ ਮੁੱਢ, ਮੂਲ,
वो अकाल पुरख परमात्मा सदा सदैव रहने वाला, स्थिर रहने वाला, आद सच जुगाद सच है भी सच नानक होसी भी सच। आद जे असी गुरु साहब नाल मुतलक ते गुरु नानक देव साहिब महाराज, वो आद अकाल पुरख परमात्मा, उन्होंने नमस्कार है, जिहड़ा सदा स्थिर रहन वाला। जुगाद गुर ए नम है, जुगाद जिहड़ा जुगां तो मुढ़ तो, जो जुगा जुगंतरां तो अकाल पुरख परमात्मा, उन्होंने नमस्कार है। उस पली रूप परमात्मा नूं जिहड़ा आद तो मुढ़ तो है, जुगा जुगंतरां तो है। सतगुरु ये नम है, श्री गुरुदेव ये नम है। मेरी नमस्कार उस अकाल पुरख परमात्मा नूं है, सतगुरु नूं है। गुरु अर्जन देव साहब महाराज इस भावना भी गुरु नानक देव साहब महाराज जी नूं, गुरु अंगद देव साहब महाराज जी नूं, गुरु अमरदास महाराज जी नूं, गुरु रामदास साहिब महाराज जी नूं कहते मेरी नमस्कार है कि मैं उस अकाल पुरख परमात्मा नूं सिमर के, फिर शब्द होंदा अष्टपदी, 8 पदे भाव, 100 पदे 4 पदे, 2 पदे 2 पदे, एक तुक्का एक तुक वाला। इत्थे अष्टपदी भाव 8 पदियां दी और एक पदे विच 10 पंक्तियां। एक अष्टपदी विच 8 पदियां दा शब्द उचारण होया। अज दा पावन शब्द है जिहड़ा सलोक तो बाद पौड़ी आउंदी है, सिमरो सिमर सिमर सुख पावो। गुरु अर्जन देव साहब कहते उस अकाल पुरख परमात्मा नूं सिमर के उहदी याद च जुड़ के, सिमरना किनू है? जिन्हों भुलना नहीं। सिमरना जीवन है, भुल जाना मौत है। मैं उस अकाल पुरख परमात्मा नूं सिमरां, सिमर सिमर के उस अकाल पुरख परमात्मा नूं सिमर सिमर के अपने जीवन दे विच की प्राप्त कीता? सुख पावों, सुख मिलिया। वो सुख किस तरह मिलिया कि मैं कदे भी उन्हों भुलिया नहीं। सिमरना, याद करना, एक जिवें रटन है, एक तरतीब वाइज है भी एक बच्चा भी स्कूल च जाता है, उन्होंने गुरमुखी 35 अखरां दा रटन करवाया जाता है, बार बार रटन करवाया जाता है। क्यों करवाया जाता है? कि वह भुले ना। उन्होंने उहदे टीचर मुढ़ तो की सिखाउंदे आ? 35 सिखाउंदे आ, ऊड़ा ऐड़ा ईडी ससा हा कक्का। वो क्यों? क्योंकि भावें वो PhD करे, भावें वो डॉक्टरी करे, भावें वो किसी भी कारोबार दे विच वो तरक्की कर जावे, पढ़ लिख के कोई अफसर साहबान बन जावे, पर उहदा रटन उस पहली क्लास तो शुरू होया। मुढ़ उहदा उत्थों बज्जा। वो नर्सरी तो लैके, वो पहली तो लैके, भावें MA कर जाए, BA B.Ed कर जाए, जिन्नी भी मर्जी विद्या हासिल कर जाए, लेकिन वह रटन पहली दिन तो उस गुरमुखी तो बज्जा है। जे कोई इंग्लिश भाषा नूं जानदा तो वह उस 26 अखरां नाल मुतलक है जिहड़ा उन्होंने ABCD का रटन करवाया गया। फिर वो भावें डॉक्टर बन जाए, भावें साइंटिस्ट बन जाए, कुछ भी बन जाए, पर वह रटन उन्हां अखरां नाल हमेशा जीवन नाल जुड़ जाना है। फिर उन्होंने याद करना, विसारना नहीं। क्योंकि अक्सर फिर जीवन दे विच जो भी लिखेगा, जो पढ़ेगा, जो सुनेगा, वो अखर ही ने। कदे वो अखर अगे आ गए, कदे पिछे आ गए, कदे अगे आ गए, कदे पिछे आ गए।
क्योंकि फिर ਉਹ ਰਟਣ ਬਣ ਜਾਵੇਗਾ। ਜਦੋਂ ਅਕਾਲ ਪੁਰਖ ਪਰਮਾਤਮਾ ਨੂੰ ਭੁੱਲ ਜਾਣਾ, ਅੱਜ ਦੀ ਦੁਨੀਆ ਦੇ ਵਿੱਚ ਸਾਨੂੰ ਹਰੇਕ ਚੀਜ਼ ਯਾਦ ਹੈ। ਮਾਂ ਬਾਪ ਭੈਣ ਭਰਾ ਧੀਆਂ ਪੁੱਤਰ ਯਾਦ ਨੇ। ਕਿਤੇ ਨਾ ਮਿਲੇ ਮਾਂ ਨੂੰ, ਕਈ ਸਾਲ ਪੁੱਤ ਨਾ ਮਿਲੇ, ਅਕਸਰ ਤੇ ਮਾਂ ਦੀ ਬਿਰਹਾ ਅੰਦਰ ਦਾ ਤਾਂਘ ਜਾਗਦੀ ਹੈ ਨਾ, ਔਰ ਯਾਦ ਕਰਦੀ ਹੈ ਇੰਨਾ ਚਿਰ ਹੋ ਗਿਆ ਮੇਰੇ ਪੁੱਤ ਨੂੰ ਮੈਨੂੰ ਮਿਲਿਆ ਨਹੀਂ, ਇੰਨਾ ਚਿਰ ਹੋ ਗਿਆ ਮੇਰੀ ਧੀ ਮੈਨੂੰ ਮਿਲੀ ਨਹੀਂ, ਇੰਨਾ ਚਿਰ ਹੋ ਗਿਆ ਮੇਰਾ ਫਲਾਣਾ ਰਿਸ਼ਤੇਦਾਰ ਮੈਨੂੰ ਮਿਲਿਆ ਨਹੀਂ। ਭੁੱਲਦੀ ਨਹੀਂ, ਪਰ ਉਹਨੂੰ ਯਾਦ ਕਰਦੀ ਹੈ। ਤੇ ਜਦੋਂ ਮਿਲ ਜਾਵੇ ਫਿਰ ਖੁਸ਼ੀ ਮਹਿਸੂਸ ਕਰਦੀ ਹੈ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮੈਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰ ਸਿਮਰ ਕੇ ਸੁੱਖ ਪ੍ਰਾਪਤ ਕਰ ਲਿਆ। ਜਿਹਦੇ ਸਿਮਰਿਆ ਜੀਵਨ ਦੇ ਵਿੱਚ ਸਕੂਨ ਮਿਲਦਾ ਹੈ, ਔਰ ਜਿਹਨੇ ਜੀਵਨ ਹੀ ਸਿਮਰਨ ਕਰਕੇ ਦਿੱਤਾ ਹੈ ਕਿ ਇਹਨੂੰ ਜਿਸ ਪਰਮਾਤਮਾ ਨੇ ਜੀਵਨ ਦਿੱਤਾ ਹੈ, ਜਿਸ ਰੱਬ ਨੇ ਜੀਵਨ ਦਿੱਤਾ ਹੈ, ਉਸ ਨੂੰ ਤੇ ਸਦਾ ਚੇਤੇ ਰੱਖਣਾ, ਉਸ ਨੂੰ ਤੇ ਨਹੀਂ ਵਿਸਾਰਨਾ ਚਾਹੀਦਾ ਨਾ, ਕਿਉਂਕਿ ਉਹਦੇ ਅਕਾਲ ਪੁਰਖ ਪਰਮਾਤਮਾ ਕਰਕੇ ਜੀਵਨ ਹੈ। ਵਰਨਾ ਜੇ ਉਹਨੂੰ ਭੁੱਲ ਗਏ ਤੇ ਫਿਰ ਇੱਕ ਗੱਲ ਯਾਦ ਰੱਖੀ, ਮਨੁੱਖ ਦਾ ਅੰਤ ਵੇਲੇ ਪਛਤਾਉਣਾ ਵੀ ਵਿਅਰਥ ਹੈ। ਜੀਵਨ ਮਿਲਿਆ, ਜੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਿਆ ਨਹੀਂ ਤੇ ਬਾਅਦ ਦੇ ਵਿੱਚ ਪਛਤਾਵਾ ਵੀ ਕੋਈ ਕੰਮ ਨਹੀਂ ਕਰੇਗਾ। ਫਿਰ ਪਛਤਾਵੇ ਤੋਂ ਬਗੈਰ ਹੋਰ ਕੁਝ ਰਹੇਗਾ ਵੀ ਕੋਲ ਨਹੀਂ। ਫਿਰ ਤੇ ਸ਼੍ਰੀਮਾਨ ਭਾਈ ਗੁਰਦਾਸ ਜੀ ਬੜੀ ਇੱਕ ਸੁੰਦਰ ਉਦਾਹਰਣ ਦਿੰਦੇ ਨੇ ਵੀ ਮੰਨ ਲਓ ਤੁਹਾਡੇ ਘਰ ਦੇ ਵਿੱਚ ਕਿਤੇ ਅੱਗ ਲੱਗੀ ਹੈ, ਤੁਹਾਡੇ ਕੋਲ ਪਾਣੀ ਬੁਝਾਉਣ ਵਾਸਤੇ ਪਾਣੀ ਦਾ ਪ੍ਰਬੰਧ ਨਹੀਂ, ਤੇ ਤੁਸੀਂ ਕਹੋ ਵੀ ਪਹਿਲਾਂ ਖੂਹ ਪੁੱਟੀਏ, ਪਾਣੀ ਕੱਢੀਏ, ਫਿਰ ਇਸ ਅੱਗ ਨੂੰ ਬੁਝਾਈਏ, ਉਦੋਂ ਤੱਕ ਤੇ ਘੜ ਸੜ ਕੇ ਸੁਆਹ ਹੋ ਜਾਣਾ। ਫਿਰ ਤੇ ਤੇਰਾ ਪਛਤਾਵਾ ਨਹੀਂ। ਜੇ ਅੱਗ ਦਾ ਡਰ ਹੈ ਤੇ ਪਾਣੀ ਦਾ ਪ੍ਰਬੰਧ ਤੈਨੂੰ ਪਹਿਲਾਂ ਕਰਨਾ ਪੈਣਾ। ਜੇ ਪਹਿਲਾਂ ਪਾਣੀ ਦਾ ਪ੍ਰਬੰਧ ਕੀਤਾ ਹੋਵੇਗਾ ਤੇ ਤੂੰ ਅੱਗ ਬੁਝਾ ਸਕਣਾ, ਵਰਨਾ ਜੇ ਖੂਹ ਕੱਢ ਕੇ ਪਾਣੀ ਕੱਢਿਆ ਨਾ ਫਿਰ ਤੇਰੇ ਹੱਥ ਕੁਝ ਨਹੀਂ ਆਉਣਾ। ਜੈਸੇ ਘਰ ਲਾਗੇ ਆਗ ਜਾਗ ਕੂਆ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈ ਹੈ। ਫਿਰ ਤੇਰੇ ਪਛੇ ਪਛੋਤਾਵਾ, ਤੇਰੇ ਪੱਲੇ ਰੋਣਾ। ਜੇ ਜੀਵਨ ਭੁੱਲ ਕੇ ਗੁਜ਼ਾਰ ਦਿੱਤਾ, ਉਸ ਅਕਾਲ ਪੁਰਖ ਪਰਮਾਤਮਾ ਨੂੰ ਨਹੀਂ ਸਿਮਰਿਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਤੂੰ ਜਿੰਨੇ ਮਰਜ਼ੀ ਹੋਰ ਕੰਮ ਕਰੀ ਜਾ, ਵਿਅਰਥ ਨੇ। ਜਿਸ ਕਰਕੇ ਤੈਨੂੰ ਇਹ ਮਾਨੁਖ ਦੇ ਪ੍ਰਾਪਤ ਹੋਈ ਹੈ, ਉਸ ਗੋਬਿੰਦ ਨੂੰ, ਅਕਾਲ ਪੁਰਖ ਪਰਮਾਤਮਾ ਨੂੰ ਧਿਆਉਣ ਨਾਲ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਿਮਰ ਉਹਨੂੰ, ਚਿੱਤ ਚ ਵਸਾ, ਭੁੱਲ ਨਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਪਰਮੇਸ਼ਰ ਨੂੰ ਭੁੱਲ ਜਾਣਾ ਦੁੱਖਾਂ ਦਾ ਕਾਰਨ ਹੈ। ਵਿਛੋੜਾ ਪੈ ਜਾਣਾ ਦੁੱਖਾਂ ਦਾ ਕਾਰਨ ਹੈ। ਪਰ ਜਦੋਂ ਹਰੇਕ, ਕਿਉਂਕਿ ਸਤਿਗੁਰੂ ਜੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ। ਮੈਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰ ਸਿਮਰ ਕੇ ਸੁੱਖ ਪਾ ਲਿਆ। ਜਿਸ ਅਕਾਲ ਪੁਰਖ ਪਰਮਾਤਮਾ ਨੇ ਮੈਨੂੰ ਜੀਵਨ ਦਿੱਤਾ ਹੈ। ਕਲ ਕਲੇਸ਼ ਤਨ ਮਾਹੇ ਮਟਾਵੋ। ਮੇਰੇ ਜਿਹੜੇ ਕਲੇਸ਼ ਨੇ, ਜਿਹੜੇ ਅੰਦਰ ਦੇ ਕਲੇਸ਼ ਬਣੇ ਹੋਏ ਨੇ, ਦੁਨਿਆਵੀ ਕਲੇਸ਼ ਦੀ ਗੱਲ ਨਹੀਂ, ਇੱਕ ਸਾਡੇ ਅੰਦਰ ਦੇ ਵੀ ਕਲੇਸ਼ ਨੇ, ਅੰਦਰ ਦੇ ਫੁਰਨੇ ਨੇ, ਅੰਦਰ ਦੇ ਵਕਾਰ ਨੇ, ਜਿਹੜੇ ਸਾਨੂੰ ਸਕੂਨ ਨਹੀਂ ਦੇਣ ਡਏ। ਜੇ ਗੁਰਬਾਣੀ ਦੇ ਨਾਲ ਜੁੜ ਗਏ, ਇਹ ਜਿਹੜੇ ਅੰਦਰ ਦੇ ਵਕਾਰ, ਅੰਦਰ ਦੇ ਸਕੂਨਾਂ ਨੇ ਠੰਡਕ ਪਹੁੰਚਾਉਣੀ ਆ। ਨਹੀਂ ਤਾਂ ਫਿਰ ਵੇਖੋ ਨਾ, ਮਨ ਦੇ ਵਿੱਚ ਵਕਾਰ ਚੱਲਦੇ ਰਹਿੰਦੇ ਆ ਮਨੁੱਖ ਦੇ। ਇਹਦਾ ਆਪਣਾ ਮਨ, ਦੋ ਮਨ ਹੈ, ਅਚੇਤ ਮਨ, ਸੁਚੇਤ ਮਨ। ਮਨੁੱਖ ਆਪਣੇ ਮਨ ਨਾਲ ਰਾਤ ਨੂੰ ਫੈਸਲਾ ਕਰਦਾ, ਸਵੇਰੇ ਉੱਠਦਿਆਂ ਆਪਣੇ ਕੀਤੇ ਫੈਸਲਿਆਂ ਨੂੰ ਆਪੇ ਰੱਦ ਕਰ ਦਿੰਦਾ।
ਸੌਣ ਤੋਂ ਪਹਿਲਾਂ ਮਨੁੱਖ ਕਈ ਫੈਸਲੇ ਲੈ ਲੈਂਦਾ ਵੀ ਦਿਨ ਚੜ੍ਹੇਗਾ, ਅੰਮ੍ਰਿਤ ਵੇਲਾ ਹੋਵੇਗਾ, ਗੁਰੂ ਘਰ ਜਾਣਾ, ਆਹ ਕੰਮ ਕਰਨਾ, ਆਹ ਕੰਮ ਕਰਨਾ, ਆਹ ਕੰਮ ਕਰਨਾ, ਸਾਰੀ ਵਿਉਂਤ ਤਿਆਰ ਕੀਤੀ ਹੈ, ਪਰ ਦਿਨ ਚੜ੍ਹਦਿਆਂ ਸਾਰ ਆਪਣੇ ਕੀਤੇ ਫੈਸਲੇ ਆਪੇ ਰੱਦ ਕਰ ਦਿੰਦਾ। ਇਹਦਾ ਮਤਲਬ ਜਿਹੜੇ ਫੈਸਲੇ ਕਰਨ ਵਾਲਾ ਮਨ ਸੀ ਉਹ ਕਮਜ਼ੋਰ ਸੀ, ਜਿਹੜਾ ਫੈਸਲੇ ਰੱਦ ਕਰਨ ਵਾਲਾ ਮਨ ਸੀ ਉਹ ਬਲਵਾਨ ਸੀ। ਦੋ ਮਨ ਨੇ, ਇੱਕ ਫੈਸਲੇ ਰੱਦ ਕਰ ਦਿੰਦਾ, ਜਿਹੜਾ ਰੱਦ ਕਰਦਾ ਉਹ ਬਲਵਾਨ ਮੰਨਿਆ ਗਿਆ ਕਿ ਉਹਦੇ 'ਚ ਪਾਵਰ ਸੀ, ਉਹਦੇ 'ਚ ਬਲ ਸੀ, ਉਹਨੇ ਆਪਣੇ ਕੀਤੇ ਫੈਸਲੇ ਆਪੇ ਰੱਦ ਕਰਵਾ ਦਿੱਤੇ, ਨਹੀਂ ਉੱਠਿਆ। ਹਰੇਕ ਕੰਮ ਤੇ ਪਾਣੀ ਫੇਰ ਦਿੱਤਾ, ਕੱਲ ਕਰ ਲਵਾਂਗੇ, ਅਜੇ ਵਕਤ ਹੈ। ਜੇ ਪ੍ਰਮਾਤਮਾ ਦੇ ਸਿਮਰਨ ਦੀ ਗੱਲ ਹੈ, ਅਜੇ ਵਕਤ ਹੈ। ਰੱਬ ਨੂੰ ਧਿਆਉਣ ਦੀ ਗੱਲ ਹੈ, ਅਜੇ ਵਕਤ ਹੈ। ਉਹ ਵਕਤ ਕਰਦਿਆਂ ਹੀ ਸਮਾਂ ਬੀਤ ਗਿਆ ਤੇ ਸਤਿਗੁਰੂ ਕਹਿੰਦੇ ਤੇਰਾ ਜੀਵਨ ਬੀਤ ਗਿਆ, ਵਿਅਰਥ ਚਲੇ ਗਿਆ। ਫਿਰ ਪਛਤਾਵਾ ਕਰਨ ਦਾ ਵੀ ਕੀ ਫਾਇਦਾ ਰਹਿ ਗਿਆ। ਜੇ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਨਾ ਤੇ ਕੱਲ ਕਲੇਸ਼, ਤੇਰੇ ਅੰਦਰ ਦੇ ਕਲੇਸ਼, ਤੇਰੇ ਬਾਹਰ ਦੇ ਕਲੇਸ਼, ਤੇਰੇ ਜੀਵਨ ਦੇ ਜਿੰਨੇ ਵੀ ਕਲੇਸ਼ ਆ ਖਤਮ ਹੋ ਜਾਣਗੇ। ਕਲੇਸ਼ਾਂ ਦੀ ਜੜ ਖਤਮ ਹੋ ਜਾਵੇਗੀ। ਔਰ ਅੱਜ ਹਰ ਮਨੁੱਖ ਕਿਸੇ ਨਾ ਕਿਸੇ ਕਲੇਸ਼ ਦੇ ਵਿੱਚ ਲਿਪਟਿਆ। ਕੋਈ ਤਨ ਦੇ ਕਲੇਸ਼ ਨੇ, ਕੋਈ ਮਨ ਦੇ ਕਲੇਸ਼ ਨੇ, ਕੋਈ ਸਮਾਜਿਕ ਕਲੇਸ਼ ਨੇ, ਕੋਈ ਧਾਰਮਿਕ ਕਲੇਸ਼ ਨੇ। ਦੁਨੀਆ 'ਚ ਵਿਚਰਦਿਆਂ ਚਾਰ ਪੜਾਵ ਹੈ ਨਾ ਜੀ, ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਿਕ। ਸਤਿਗੁਰੂ ਕਹਿੰਦੇ ਜੇ ਬਰਾਬਰ ਰੱਖਣੇ ਆ, ਹਰੇਕ ਜੀਵਨ ਦੇ ਚਾਰ ਪਹੀਏ ਨੇ, ਜਿਵੇਂ ਮਨੁੱਖ ਦੀ ਜ਼ਿੰਦਗੀ ਦੇ ਚਾਰ ਪਾਵੇ ਨੇ, ਜੇ ਇਹਨਾਂ ਨੂੰ ਬਰਾਬਰ ਰੱਖਣਾ ਫਿਰ ਇਹ ਗੱਲ ਦ੍ਰਿੜ ਕਰਨੀ ਪਵੇਗੀ ਕਿ ਜਿਸ ਪਰਮਾਤਮਾ ਨੇ ਸਵਾਸ ਦਿੱਤੇ ਹੈ, ਜਿਸ ਪਰਮਾਤਮਾ ਨੇ ਸਰੀਰ ਦਿੱਤਾ ਹੈ, ਜਿਸ ਪਰਮਾਤਮਾ ਨੇ ਸੰਸਾਰ ਦੇ ਸੁੱਖ ਦਿੱਤੇ ਨੇ, ਫਿਰ ਉਹਨੂੰ ਭੁੱਲਣਾ ਨਹੀਂ। ਸਿਮਰਨ ਦਾ ਭਾਵ ਹਰ ਵੇਲੇ ਚਿੱਤ 'ਚ ਰੱਖਣਾ, ਯਾਦ ਰੱਖਣਾ, ਹਰ ਵੇਲੇ ਉਸ ਅਕਾਲ ਪੁਰਖ ਪਰਮਾਤਮਾ ਦਾ ਰਟਨ ਲਾਉਣਾ। ਜਿਵੇਂ ਇੱਕ ਵਿਦਿਆਰਥੀ ਆਪਣੇ ਸਕੂਲ ਹੋਮਵਰਕ ਨੂੰ ਰਟਨ ਲਾਉਂਦਾ ਹੈ। ਉਹ ਕਿਉਂ ਲਾਉਂਦਾ ਹੈ? ਕਿਉਂਕਿ ਉਹਨੂੰ ਪਤਾ ਕਿ ਮੈਂ ਇਸ ਚੀਜ਼ ਦਾ ਪੇਪਰ ਦੇਣਾ, ਮੈਂ ਇਹਦੇ ਵਿੱਚੋਂ ਪਾਸ ਹੋਣਾ। ਵਰਨਾ ਜੇ ਉਹ ਰਟਨ ਨਹੀਂ ਲਾਵੇਗਾ, ਜੇ ਉਹਨੂੰ ਚਿੱਤ 'ਚ ਨਹੀਂ ਵਸਾਵੇਗਾ, ਪੜ੍ਹੇਗਾ ਨਹੀਂ, ਅਕਸਰ ਫੇਲ ਹੋਵੇਗਾ। ਤੇ ਜਿਹੜੇ ਆਪਣੇ ਦਿੱਤੇ ਹੋਏ ਵਰਕ ਨੂੰ ਟਾਈਮ ਸਿਰ, ਵਕਤ ਸਿਰ ਕਰਦੇ ਨੇ, ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਸਫਲ ਕਾਮਯਾਬੀ ਪ੍ਰਾਪਤ ਕਰਦੇ ਆ, ਸਫਲਤਾ ਹਾਸਲ ਕਰਦੇ ਆ। ਸਫਲਤਾ ਵੀ ਉਹਨਾਂ ਦੇ ਪੈਰ ਚੁੰਮਦੀ ਆ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਅੱਜ ਦੇ ਪਾਵਨ ਬਚਨ ਨੂੰ ਸਮਝਾਉਂਦੇ ਨੇ ਕਿ ਤੂੰ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰ, ਫਿਰ ਤੇਰੇ ਤੇ ਕੋਈ ਬਿਪਤਾ, ਕੋਈ ਕਲੇਸ਼, ਕੋਈ ਇਹੋ ਜਿਹਾ ਵਕਤ ਵੀ ਆ ਜਾਵੇ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਸੁਖਮਨੀ ਸਾਹਿਬ ਜੀ ਫਰਮਾਨ ਕਰਦੇ ਨੇ, ਜਹ ਮੁਸ਼ਕਿਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਫਿਰ ਤੇਰੇ ਦੇ ਮੁਸ਼ਕਿਲ ਦਾ, ਬਿਪਤਾ ਦਾ ਸਮਾਂ ਵੀ ਟਲ ਜਾਂਦਾ। ਵਰਨਾ ਜਦੋਂ ਤੂੰ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਦਾ, ਸਿਮਰ ਕੇ ਜਿਹੜੇ ਝਗੜੇ ਨੇ ਖਤਮ ਹੋ ਜਾਂਦੇ ਨੇ। ਸਿਮਰੋਂ ਜਾਸ ਬਿਸੰਬਰ ਏਕੈ, ਜਾਸ ਜਿਸ ਬਿਸੰਬਰ, ਉਹ ਜਗਤਾ ਪਾਲਕ, ਜਗਤ ਦਾ ਮਾਲਕ, ਜਗਤ ਦਾ ਪ੍ਰਤਪਾਲਕ ਅਕਾਲ ਪੁਰਖ ਪਰਮਾਤਮਾ ਨੂੰ ਕਿੰਨਿਆਂ ਨਾਵਾਂ ਨਾਲ ਪੁਕਾਰਿਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਕਿਤੇ ਠਾਕੁਰ ਕਿਹਾ ਗਿਆ, ਕਿਤੇ ਗੋਬਿੰਦ ਕਿਹਾ ਗਿਆ, ਕਿਤੇ ਬਿਸੰਬਰ ਕਿਹਾ ਗਿਆ। ਵੱਖ-ਵੱਖ ਨਾਵਾਂ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ, ਵੱਖ-ਵੱਖ ਨਾਵਾਂ ਨਾਲ ਉਹਦਾ ਉਚਾਰਨ ਕੀਤਾ। ਸਤਿਗੁਰੂ ਕਹਿੰਦੇ ਜੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰੇਗਾ, ਉਹ ਇਹ ਜਿਸ ਇੱਕ ਜਗਤ ਦਾ ਪਾਲਕ ਹਰੀ ਨਾਮ ਅਨੇਕਾਂ ਅਣਗਿਣਤ ਜੀਵ ਜਪਦੇ ਨੇ, ਮੈਂ ਵੀ ਉਸ ਦਾ ਸਿਮਰਨ ਕਰਾਂ।
दुनिया ते जिन्ने लोग ने वो अकाल पुरख परमात्मा नूं जपदे ने, ते मेरे अंदर भी उस अकाल पुरख परमात्मा दे सिमरन दी तांघ बन जावे, मेरे अंदर भी लालसा बन जावे, मेरे अंदर भी साचा नाम की लागै भूख, मैनू भुख जिहड़ी आ उस अकाल पुरख परमात्मा दी लग जावे। जदों मैं उन्होंने सिमरा अकाल पुरख परमात्मा नूं, जदों सिमरन साधना चल पवे, फिर उस अकाल पुरख परमात्मा के नाम की भुख है। तो परमात्मा का नाम तुसीं सुखमनी साहिब जी का जाप करते हो, सतगुरु किरपा करते हैं, जह मात पिता सुत मीत ना भाई, मन ऊहा नाम तेरा संग सहाई। सतगुरु कहते जिथे परमात्मा का नाम तो उत्थे भी सहायता करता है, जिथे तेरा कोई साख संबंधी भैन भरा मित्र माँ बाप कोई ना होवे। मन ऊहा नाम तेरा संग सहाय, उत्थे संगी बनता, साथी बनता। ईत ऊत नहीं बिछड़ा सो संगी गनिया, फिर वो हर वेले तेरा संगी है, हर वेले साथी है। कि उस अकाल पुरख परमात्मा नूं सिमरना। नाम जपत अगनत अनेक, अणगिणत जीव जपते ने, गिणती नहीं। ना वो गिणती मिणती च सिमरिया जाता है। कदे भी रब दा परमात्मा दा नाम लेना गिणती मिणती नहीं। सतगुरु कहते सास सास सिमरो गोबिंद, तू हरेक सास दे नाल, जिन्हें तेरे को स्वास का कोई मुल नहीं लिया। सास सास सिमरो गोबिंद, हरेक स्वास नाल उस अकाल पुरख परमात्मा गोबिंद नूं सिमर। तुम दाते ठाकुर प्रतिपालक, नायक खसम हमारे, निमख निमख तुम ही प्रतिपालो। तू साडी पल पल दे विच पालना करने वाला है, आगू है, नायक है, खसम है, सारियां दी प्रतिपालना करने वाला तू है। तो फिर जदों सारियां नूं रब प्राप्त प्रतिपालना करने वाला होवे, फिर ओहदा नाम लैण लग्गिया गिणतियां च पैना। फिर रब ने तो गिणतियां मिणतियां नहीं दसिया। रब गुरु ग्रंथ साहब महाराज के बचन है, सास सास सिमरो गोबिंद। तू हरेक स्वास नाल उस अकाल पुरख परमात्मा नूं याद कर, भुल ना। और अज की डेट के विच ते असीं गिणतियां मिणतियां चाहना भी इन्नियां माला कर लैणियां, इन्ने जपजी साहब के पाठ कर लैणे, इन्ने वारी आह शब्द पढ़ लैना। सतगुरु कहते नहीं, तेरा मुढ़ की है। इस पावन शब्द दे विच सतगुरु अगे जाके किरपा करते हैं, दसदे ने भी पहला कदम पुट्टना ते कित्थे पहुंचना। मनुख एक कदम पुट्टदा है, दूसरा कदम सोच के रखदा है। जिन्ना चिर एक कदम धरती ते ना लग जाए, दूजा थिड़क जाए तो डिग पैंदा, तिलक जाता है। एक कदम चुकण तो पहला दूसरा कदम धरती ते रखण लग्या मनुख सोचता है भी अगे तिलकण बाजी ते नहीं, मेरा धरती ते पैर लग जाएगा, वरना एक पैर होवे अगला तिलक जाए मनुख डिगदा, सट दा डर है। पर जदों मनुख समझ के सोच के विचार के कदम रखदा फिर नहीं डिगदा। तेरे पहले कदम की सतगुरु गल करते हैं भी तू पहुंचना कित्थे है, तेरी मंजिल की है। एक राही तुरया जावे, पहला लोग तुर के ही काफ़ी सफ़र तय कर जाते सन ना। तो तुसीं देखिया होवेगा जदों तुर के लोग सफ़र तय करते सन तो रस्तियां दे विच उहदे पीण वास्ते नलके लवाए जाते सन, दरख्त दा छां दित्ती जाती सी, दरख्त थल्ले नलका लाया जाता सी भी जिहड़ा राही तुर के जा रहा ना, ये तुरदा तुरदा जदों थक जाए इस दरख्त के थल्ले घड़ी आराम करे। एक नलका खूहा लवा दिता जाता सी कि इत्थों जल छके,
जल छके आरामदायक जिंदगी घड़ी आराम करे। पर खैर जदों राही तुरदा जावे वो जल भी छक लवे, वो घड़ी 2 पल 4 पल 10 मिनट अद्धा घंटा आराम भी कर लवे, पर उहदी तांग कित्थे रहिंदी आ? उहदी तांग ये नहीं कि मेरी यही मंजिल है, उहदी तांग ये हुंदी है कि मैं इन्ना फैसला इन्ना सफ़र तुर के कर आया, इन्ना मैं अगे तुर के पहुँचना, मेरी मंजिल अगे आ। ਉਹਦੀ ਜਿਹੜੀ ਫਿਰ अंदर की भावना उस मंजिल तक है, पहुँचण तक होंदी है। वो सोचता है कि मैं फलानी जगह पर पहुँचना, मेरे को इन्ना क वक्त है। तुहाडे घर एक मेहमान आ जाए, तुसीं उहनूं इज्जत मान सत्कार देवो, रोटी पान जल पानी छकाओ, भोजन छकाओ, पर तुहाडे घर वो छकदियां छकदियां एक चीज़ वेंदा भी घड़ी मुड़ी अपने गुट घड़ी वल वेखदा, प्रशादा छक रिहा हुंदा है, पर एकदम घड़ी वल वेखी जाता है। उन्होंने पुछो भी तू घड़ी वल क्यों देखदा? वो कहता भी मैं तुरना भी हाँ, तो मेरा सफ़र इन्ना, मैं टाइम नाल अपने घर भी पहुँचना। क्योंकि उहदी तांग तुहाडे घर रहण दी नहीं, उहदी तांग अपने घर पहुँचण दी आ। वो बार बार अपनी घड़ी नूं वेखदा कि मेरे को इन्ना समा इन्ना दिन रह गया, मैं अपने कोल घर पहुँचना। पर साडे अंदर जदों ये तांग बन जाए कि साडी मंजिल अकाल पुरख परमात्मा ने जिहड़ी बख्शी है उत्थों तक पहुँचना, खैर रब नूं मिलाप वास्ते परमात्मा दे सिमरन वास्ते असीं कदे घड़ी नहीं देखते। दुनियावी काम करन लग्गिआं ते साडा हर वक्त घड़ी वल टाइम वल ख्याल है, पर जे गुरु दरबार च बह के कथा कीर्तन कोई रब दा इबादत करनी होवे, फिर असीं मुड़ मुड़ टाइम वल देखते हैं भी इन्ना समा बह लिया, इन्ना समा रब नूं याद कर लिया, इन्नी वारी आह पाठ कर लिया, इन्नी वारी आह माला कर लई, फिर साडी गिणतियां च गल आ जांदी है। दुनियावी तोल मोल च असीं कदे भी पूरे गिणदे नहीं। दुनिया नाल असीं किन्नियां गल्लां करदे हां, कदे गिणीਆਂ? सारा दिन असीं एक दूसरे दीयां गल्लां करी जाइए, संसारक दीयां करी जाइए, असीं कदे गिणती नहीं करदे। पर जदों रब नाल गल्लां करदे हां, रब दी बाणी पढ़दे हां, उदों असीं जरूर टाइम वल गिणती वल गल्लां फिर पै जांदे हां। उदों साडे कोल गिणिया मिणिया तुलिया टाइम है, निश्चित कीता है भी नहीं अगे साडे कोल इन्ना वक्त है जिन्ना वक्त ला दिता है। सतगुरु कहते नहीं, वेद पुराण सिमरत सुधाखर, कीने राम नाम एक आखर। वेदां पुराणां सिमरतियां ने अकाल पुरख के नाम नूं सब तो पवित्र मन्निया। वेदां विच, शास्त्रां विच, अंजील विच, कुरान विच, धार्मिक ग्रंथां दे विच अकाल पुरख परमात्मा दे नाम की गल है। रब दे नाल जोड़न वाली गल है। गुरुद्वारियां च, मंदिरां च, मस्जिदां च, जिथे जिथे भी जिहड़े जिहड़े धर्म नूं बिलोंग करते लोग ने, उत्थे रब की गल है, उस अकाल पुरख परमात्मा की गल है। जिस वक्त गुरु तेग बहादुर साहब महाराज जी की शहादत हुई है, उस वक्त बादशाह औरंगजेब सी। औरंगजेब अपने राज दे विच की करदा सी? मस्जिदां बनाउंदा सी, मंदिर ढाउंदा सी, पर वड्डी मूर्खता सी कि रब दा घर ढा के रब दा घर बनाउणा, ये कित्थों दी गल है? जे मंदिर है तो रब की गल होण डई है, मस्जिद च रब की गल होण डई है, कोई गुरु घर आया तो रब की गल होण डई है। एक रब का घर ढा के दूसरा रब का घर बनाना, ये कोई सियाणप नहीं है। सतगुरु कहते जिन्ने भी धार्मिक ग्रंथ ने, जिन्ने भी धार्मिक मंदिर ने, जिन्ने भी धार्मिक आगू ने, वो जोड़ते तो परमात्मा नाल है भी अकाल पुरख परमात्मा नूं सिमरना है। उस रब की गल करते हैं, उस अकाल पुरख परमात्मा की गल करते हैं, चाहे वो वेद ने, शास्त्र ने, सिमरतियां ने। अकाल पुरख परमात्मा ने सब नूं पवित्र नाम का मन्निया, सब नूं पवित्र करके जाने भी रब नाल जुड़ना है। किनका एक जिस जी बसावै, किनका भाव तेरा पहला कदम।
तेरी शुरुआत किनका मात्र किन्ना क है? सब तो घट है। सब तो वध की है? किनका एक खिन मात्र है। भी तेरे अंदर किनका किनका एक, ये नहीं भी किनका वस गया तो तू कਵੇਂ कि रब की बख्शिश है, नहीं। किनका एक पहल कदमी है, किनके दा अंत, किनके दी मंजिल। सास सास सिमरो गोबिंद। किनके तो शुरू होना है, किनके दा पहला कदम पुटना। किनका एक जिस जी बसावै, जिहदे अकाल पुरख परमात्मा थोड़ा जिहा भी वस जाए, जिहदे विच रब्बी गुण पैदा हो जाण, ताकि महिमा गनी न आवे। फिर उहदी महिमा, उहदी उस्तत, उहदी वडियाई बयान नहीं की जा सकती। उहदी वडियाई नूं बयानिया नहीं जा सकता, क्योंकि उहदे ते अकाल पुरख परमात्मा की रब्बी सिफत सलाह की इबादत की किरपा हो जानी है। ताकि महिमा गनी न आवे, उहदी महिमा नूं बयान नहीं किया जा सकता कि उहदा अभेद हो जाना परमात्मा दे नाल। गुर किरपा जे नरको कीनी तेह जुगत पछानी, नानक लीन भयो गोबिंद स्यों ज्यों पानी संग पानी। फिर उहदा जीवन है जिवें पानी दे विचों पानी नूं अलग नहीं किया जा सकता। फिर वो ब्रह्म ज्ञान की अवस्था पा के परमात्मा नाल जुड़ जाता है। फिर ब्रह्म ज्ञानी दे विच अकाल पुरख परमात्मा दे एक जुटता हो जाती है, अभेद हो जाना। उसनूं सिमर के, उसनूं ध्या के, उसनूं अपने जिहन च वसा के, हिरदे च वसा के। कांखी एक दर्श तुहारो, नानक उन संग मोहे उधारो। हे अकाल पुरख परमात्मा, जो मनुख तेरे दीदार दे चाहवान ने, जिन्हां दे अंदर अकाल पुरख परमात्मा कांखी चाहवान, नानक मोहे, मैनू अकाल पुरख परमात्मा नूं संबोधन करके उन्हां दी संगत विच रख के मैनू संसार सागर तो बचा लै। जिन्हां अंदर तेरे दर्शनां दी चाहत बनी रवे, जिहड़े तेरे नाल जुड़े होण, मैनू उन्हां दी संगत प्राप्त होवे, मैनू उन्हां दी संगत दे कर्म नसीब होण, मैं उन्हां दी चरण धूड़ प्राप्त कर सकां। जिन्हां दे अंदर ये तांग बन जावे, धन सो वेला, घड़ी धन, धन मूरत, पल सार, धन सो दिनस, संजोगड़ा जित डिठा गुर दरफार। उन्हें क्या वो दिन भी सुहागा है, जिहड़े दिन मैनू अकाल पुरख परमात्मा के दर्शन हो जाण। वो घड़ी, वो वेला, वो वक्त, वो पल सहाई है जिहड़ा रब नाल जोड़ दवे, जिहड़ा परमात्मा की सिफत सलाह नाल जोड़ दवे। कांखी एक दर्श तुहारो, नानक उन संग मोहे उधारो। मेरा उधार मैनू संसार सागर तो बचा लवे, मेरा आया इस धरती ते सफल हो जावे, मेरा जीवन सफल हो जावे, मेरे च चंगे गुण प्राप्त हो जाण। ते गुण प्राप्त होने ने परमात्मा नूं सिमरिया, ते चंगे गुण जीवन का शंगार ने। चंगिया गुणा करके रब की बख्शिश है। जिहदे कोल चंगे गुण ने, चंगा आचरण है, चंगा विचार ने, परमात्मा की किरपा है। जिवें रोशनी, सूरज अपनी रोशनी दिंदा किरणां राही, ते परमात्मा बख्शिश करदा गुणा राही। रब की बख्शिश उस अकाल पुरख परमात्मा की गुणा राही होनी है। तो गुणा राही इस तरह होनी है जिवें अज गुरु अर्जन देव साहब महाराज जी इस पावन पहले पदे दे विच समझाउंदे ने कि हर वक्त, हर घड़ी, हर पल उस परमात्मा नूं ध्या, भुलना, ध्याउणा, याद रखना जीवन दे विच
ਜਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਯਾਦ ਰੱਖਦਾ, ਆਪਣੇ ਬੱਚਿਆਂ ਨੂੰ ਯਾਦ ਰੱਖਣਾ, ਆਪਣੇ ਕਾਰੋਬਾਰ ਦੀਆਂ ਗੱਲਾਂ ਕਰਦਾ, ਇਸੇ ਤਰ੍ਹਾਂ ਹਰ ਵਕਤ ਤੜਫ ਤੇਰੇ ਮਨ ਦੇ ਵਿੱਚ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਬਣੀ ਰਵੇ, ਉਹਦੇ ਨਾਲ ਜੁੜਿਆ ਰਵੇਂ। ਜੁੜਨਾ ਹੀ ਜੀਵਨ ਹੈ, ਭੁੱਲ ਜਾਣਾ ਮੌਤ ਹੈ। ਜੀਵਨ ਦੇ ਵਿੱਚ ਭੁੱਲਿਆਂ ਹੀ ਦੁੱਖ ਵਿਆਪਣਗੇ, ਵਿਛੋੜਾ ਹੀ ਦੁਖਦਾਈ ਬਣੇਗਾ, ਤੇ ਕਦੇ ਵੀ ਉਸ ਅਕਾਲ ਪੁਰਖ ਪਰਮਾਤਮਾ ਤੋਂ ਵਿਛੋੜਾ ਭੁੱਲਣਾ ਨਹੀਂ। ਸਤਿਗੁਰੂ ਕਿਰਪਾ ਕਰਨ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਨੇ। ਆਪ ਸਰਬੱਤ ਸੰਗਤ ਗੁਰੂ ਸਾਹਿਬ ਬਖਸ਼ਣਯੋਗ ਨੇ। ਆਪ ਸਰਬੱਤ ਸੰਗਤ ਦੀਆਂ ਸਤਿਗੁਰੂ ਭੇਟਾਵਾਂ, ਸੇਵਾਵਾਂ, ਹਾਜ਼ਰੀਆਂ ਦਰ ਪ੍ਰਵਾਨ ਕਰਨ ਜੀ। ਚੜ੍ਹਦੀ ਕਲਾ, ਤੰਦਰੁਸਤੀ ਬਖਸ਼ਣ। ਮੇਰੀਆਂ ਭੁੱਲਾਂ ਮੇਰੀਆਂ ਜਾਣ ਕੇ ਮੁਆਫ ਕਰ ਦੇਣੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।